ਸਾਧ ਸੰਗਤ ਜੀ, ਅਗਲਾ ਸਵਾਲ ਜਿਹੜਾ ਹੈ ਉਹ, ਕਿਉਂਕਿ ਆਪਾਂ ਇਹਨੂੰ ਕਹਿ ਸਕਦੇ ਹਾਂ ਵੀ ਇਤਿਹਾਸ ਨਾਲ ਸੰਬੰਧਿਤ ਹੈ ਤੇ ਪੰਥਕ ਘਟਨਾਵਾਂ ਨਾਲ ਸੰਬੰਧਿਤ ਹੈ। ਸਵਾਲ ਸਾਨੂੰ ਆਇਆ ਸਾ ਕਿਰਪਾਲ ਸਿੰਘ ਜੀ ਵੱਲੋਂ, ਡਾਕਟਰ ਕਿਰਪਾਲ ਸਿੰਘ ਜੀ ਵੱਲੋਂ, ਕਿ ਬੰਦੇਈ ਖਾਲਸਾ ਤੇ ਤਤ ਖਾਲਸਾ, ਕਿਉਂਕਿ ਜਿਸ ਦਿਨ ਸਾਹਿਬ ਮਨਮੋਹਨ ਸਿੰਘ ਜੀ ਨੇ ਲੈਕਚਰ ਕੀਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ, ਉਸ ਤੋਂ ਇਹਨਾਂ ਨੇ ਉਸ ਦਿਨ ਇਹਨਾਂ ਨੇ ਇਹ ਸ਼ਬਦ, ਖਿਮਾ ਕਰਨਾ, ਸਵਾਲ ਜਿਹੜਾ ਉਹ ਪਾਇਆ ਸੀ, ਬੰਦੇਈ ਖਾਲਸਾ ਤੇ ਤਤ ਖਾਲਸਾ ਜਿਹੜੇ ਨੇ, ਇਹਨਾਂ ਬਾਰੇ ਸਾਨੂੰ ਕੁਝ ਡਿਟੇਲ ਚਾਹੀਦੀ। ਮੈਂ ਬੇਨਤੀ ਕਰਾਂ ਵੀ ਤੇਜਿੰਦਰ ਸਿੰਘ ਜੀ ਨੂੰ ਵੀ ਉਹ ਕਿਰਪਾ ਕਰਕੇ ਦੱਸਣ ਵੀ ਬੰਦੇਈ ਖਾਲਸਾ ਤੇ ਤਤ ਖਾਲਸਾ ਇਹ ਕੀ ਮਤਲਬ, ਜਿਹੜਾ ਥੋੜਾ ਚੱਲਿਆ ਸੀਗਾ ਵਾਦ ਵਿਵਾਦ, ਇਹ ਕੀ ਹੈ ਤੇ ਅੱਜ ਕੱਲ੍ਹ ਇਹਦੀ ਕੀ ਪੋਜੀਸ਼ਨ। ਵੀਰ ਤੇਜਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਡਾਕਟਰ ਕਿਰਪਾਲ ਸਿੰਘ ਜੀ ਨੇ ਸਵਾਲ ਪੁੱਛਿਆ ਹੈ ਤਤ ਖਾਲਸਾ ਔਰ ਬੰਦੇਈ ਖਾਲਸਾ ਦੇ ਬਾਰੇ, ਮੈਂ ਇਹ ਸਾਫ਼ ਕਰ ਦੇਣਾ ਚਾਹਨਾ ਕਿ ਇਸ ਬਾਰੇ ਮੁਗਲਾਂ ਨੇ ਖਾਸ ਤੌਰ ਦੇ ਉੱਪਰ, ਮੁਗਲ ਬਾਦਸ਼ਾਹ ਫਰਖਸ਼ੀਅਰ ਨੇ ਕਾਫੀ ਯਤਨ ਕੀਤੇ ਕਿ ਕਿਸੇ ਤਰੀਕੇ ਨਾਲ ਵੀ ਬੰਦਾ ਸਿੰਘ ਬਹਾਦਰ ਜਿਹੜਾ ਹੈ ਇਸ ਨੂੰ ਇਸ ਦੇ ਬਾਰੇ ਗਲਤ ਜਿਹੜੇ ਹਨ ਅਫਵਾਹਾਂ ਫੈਲਾ ਕੇ, ਕੁਝ ਉਹਨਾਂ ਬਾਰੇ ਗਲਤ ਬਿਆਨੀਆਂ ਕਰਾ ਕੇ ਉਹਨਾਂ ਦੇ ਵਿੱਚ ਔਰ ਸਿੱਖ ਪੰਥ ਦੇ ਵਿੱਚ ਜਿਹੜਾ ਹੈ ਮਤਭੇਦ ਪੈਦਾ ਕੀਤੇ ਜਾ ਸਕਣ, ਜਿਸ ਤੋਂ ਕਿ ਫਰਖਸ਼ੀਅਰ ਜਿਹੜਾ ਹੈ ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਬਹਾਦਰੀ ਤੋਂ, ਜਿਹੜੀ ਗੁਰਦਾਸ ਨੰਗਲ ਦੇ ਵਿੱਚ ਉਹ ਡਟ ਕੇ ਮੁਕਾਬਲਾ ਕਰ ਰਹੇ ਸਨ, ਉੱਥੋਂ ਕਾਫੀ ਜਿਹੜਾ ਹੈ ਉਹ ਡਰਿਆ ਹੋਇਆ ਸੀਗਾ ਤੇ ਉਸ ਨੇ ਬੜੇ ਤਰੀਕੇ ਵਰਤੇ। ਉਹਨਾਂ ਨੇ ਇੱਥੋਂ ਤੱਕ ਵੀ ਇਤਿਹਾਸ ਵਿੱਚ ਲਿਖਿਆ ਜਾਂਦਾ ਹੈ ਕਿ ਜਿਹੜਾ ਅਜੀਤ ਸਿੰਘ ਪਾਲਤ ਜਿਹੜਾ ਇੱਕ ਸੀਗਾ ਸਿੱਖ ਸੀਗਾ, ਉਹਨੂੰ ਵੀ ਜਿਹੜਾ ਹੈ ਬਾਬਾ ਬੰਦਾ ਸਿੰਘ ਬਹਾਦਰ ਜਿਸ ਵੇਲੇ ਗੁਰਦਾਸ ਨਗਰ ਵੀ ਸੀਗੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨੂੰ ਵੀ ਇਸਤੇਮਾਲ ਕੀਤਾ ਕਿ ਉਹ ਇਤਿਹਾਸ ਦੇ ਵਿੱਚ ਕਈ ਗੱਲਾਂ ਲਿਖੀਆਂ ਨੇ, ਲੇਕਿਨ ਜਿਹੜਾ ਸਭ ਤੋਂ ਮੁੱਢਲੀ ਜਿਹੜੀ ਗੱਲ ਸਾਡੇ ਸਾਹਮਣੇ ਆਉਂਦੀ ਹੈ ਉਹ ਆਉਂਦੀ ਹੈ ਕਿ ਸਰੂਪ ਦਾਸ ਭੱਲਾ ਨੇ ਮਹਿਮਾ ਪ੍ਰਕਾਸ਼ ਦੇ ਵਿੱਚ ਇਹ ਜਿਹੜੀ ਮਤਭੇਦ ਦੀ ਗੱਲ ਹੈ ਇਸ ਨੂੰ ਜਿਹੜਾ ਲਿਖਿਆ, ਔਰ ਬੰਦਈ ਖਾਲਸਾ ਔਰ ਤਤ ਖਾਲਸਾ ਦੀ ਵੀ ਗੱਲ ਇਹ ਕੀਤੀ ਹੈ ਕਿ ਦੋ ਧੜਿਆਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਇਹ ਜਿਹੜੇ ਹਨ ਜਿਹੜੇ ਦੋਨੋਂ ਜਿਹੜੇ ਧੜੇ ਹਨ ਤਤ ਖਾਲਸਾ ਔਰ ਬੰਦਈ ਖਾਲਸਾ ਹੋ ਗਏ। ਲੇਕਿਨ ਜਿੱਥੇ ਤੱਕ ਜਿਹੜੀ ਜਿਹਨੂੰ ਅਸੀਂ ਗੈਜ਼ਟ ਕਹਿੰਦੇ ਹਾਂ, ਅੱਜ ਕੱਲ੍ਹ ਗੈਜ਼ਟ ਕਹਿੰਦੇ ਆ, ਜਿਹੜੀ ਰਾਜ ਦਰਬਾਰ ਦੇ ਵਿੱਚ ਗੈਜ਼ਟ ਜਿਹੜੀ ਛਪਦੀ ਸੀਗੀ ਉਸ ਨੂੰ ਅਖਬਾਰਾਂ ਤੇ ਦਰਬਾਰੇ ਮੁਹੱਲਾ ਕਰਕੇ ਉਸ ਨੂੰ ਕਿਹਾ ਜਾਂਦਾ ਸੀਗਾ, ਜਿਹੜੇ ਫਰਖਸ਼ੀਅਰ ਦੇ ਦਰਬਾਰ ਦੇ ਵਿੱਚੋਂ ਨਿਕਲਦੀ ਸੀਗੀ, ਉਹਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਐਸੀ ਜਿਹੜੀ ਹੈ ਤਫਸੀਲ ਡਿਟੇਲ ਜਿਹੜੀ ਹੈ ਉਹ ਨਹੀਂ ਮਿਲਦੀ ਕਿ ਐਸਾ ਕੋਈ ਤਤ ਖਾਲਸਾ ਜਾਂ ਉਸ ਵੇਲੇ ਕੋਈ ਬੰਦੇ ਖਾਲਸਾ ਨਾਂ ਦੀ ਜਿਹੜੀ ਚੀਜ਼ ਹੁੰਦੀ ਸੀਗੀ। ਲੇਕਿਨ ਮਹਿਮਾ ਪ੍ਰਕਾਸ਼ ਵਾਲੇ ਨੇ ਜੋ ਲਿਖਿਆ ਉਸ ਦੇ ਉੱਤੇ ਮੱਖੀ ਤੇ ਮੱਖੀ ਮਾਰ ਕੇ ਰਤਨ ਸਿੰਘ ਭੰਗੂ ਜੀ ਨੇ ਪੰਥ ਪ੍ਰਕਾਸ਼ ਵਿੱਚ, ਔਰ ਉਸ ਤੋਂ ਬਾਅਦ ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਦੇ ਵਿੱਚ ਜਿਹੜਾ ਹੈ ਇਸ ਦਾ ਜ਼ਿਕਰ ਕੀਤਾ ਹੈ। ਲੇਕਿਨ ਅਸੀਂ ਜਿਹੜੇ ਹਨ ਫੈਕਟਸ ਨੂੰ ਦੇਖਦੇ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਦੇ ਉੱਤੇ ਲਾਂਛਨ ਲਾਉਣ ਦੇ ਕਈ ਤਰੀਕੇ ਦੇ ਕੋਸ਼ਿਸ਼ ਕੀਤੇ ਗਏ, ਲੇਕਿਨ ਬਾਬਾ ਬੰਦਾ ਸਿੰਘ ਬਹਾਦਰ ਅਖੀਰ ਦਮ ਤੱਕ ਜਿਹੜੇ ਹਨ ਉਹ ਦ੍ਰਿੜ ਰਹੇ, ਭਾਵੇਂ ਕੁਝ ਸਾਥੀ ਉਹਨਾਂ ਦੇ ਜਿਹੜੇ ਹਨ ਉਹ ਉੱਥੋਂ ਨਿਕਲਣ ਵਿੱਚ ਕਾਮਯਾਬ ਹੋ ਗਏ, ਲੇਕਿਨ ਉਹਨਾਂ ਬਾਰੇ ਵੀ ਬੜੇ ਮੁਗਲਾਂ ਨੇ ਜਿਹੜੇ ਹਨ ਉਹ ਗਲਤ ਚੀਜ਼ਾਂ ਫੈਲਾਈਆਂ ਕਿ ਇਹ ਜਿਹੜੇ ਹਨ ਉਹਨਾਂ ਨੂੰ ਉਹਨਾਂ ਦੀ ਤਨਖਾਹ ਲੈਣ ਲੱਗ ਪਏ ਮੁਗਲਾਂ ਕੋਲੋਂ ਤੇ ਉਹਨਾਂ ਦੇ ਨੌਕਰੀ ਕਰਨ ਲੱਗ ਪਏ। ਇਸ ਤੇ ਤੱਕ ਵੀ ਜ਼ਿਕਰ ਇਹਨਾਂ ਪੁਸਤਕਾਂ ਵੀ ਜਿਹੜੀ ਮੈਂ ਉਹਨੇ ਜ਼ਿਕਰ ਕੀਤਾ ਹੈ ਕਿ ਮਾਤਾ ਜੀ ਨੂੰ ਉੱਤੇ ਵੀ ਪ੍ਰੈਸ਼ਰ ਪਾਇਆ ਗਿਆ ਕਿ ਉਹ ਬੰਦਾ ਬਹਾਦਰ ਨੂੰ ਕਹਿਣ ਕਿ ਉਹ ਲੜਾਈ ਖਤਮ ਕਰ ਦੇਵੇ, ਕਿ ਜੋ ਉਸਨੇ ਛੋਟੇ ਸਾਹਿਬਜ਼ਾਦਿਆਂ ਨਾਲ ਵੱਡੇ ਸਾਹਿਬਜ਼ਾਦਿਆਂ ਦੀ ਜੋ ਜਿਹੜੀ ਸ਼ਹਾਦਤ ਸੀ ਉਸ ਦਾ ਬਦਲਾ ਜਿਹੜਾ ਲੈਣਾ ਸੀ ਉਹ ਲੈ ਲਿਆ ਹੈ ਤੇ ਹੁਣ ਉਹਨੂੰ ਮੁਗਲਾਂ ਦੇ ਨਾਲ ਸੁਲ੍ਹਾ ਕਰਕੇ ਰਹਿਣਾ ਚਾਹੀਦਾ ਹੈ। ਲੇਕਿਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਹ ਕਿਹਾ ਕਿ ਮੈਂ ਤੇ ਕਿਸੇ ਦਾ ਬਦਲਾ ਲੈਣ ਵਾਸਤੇ ਥੋੜੀ ਹੈ, ਮੈਂ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਿਹੜਾ ਮੈਨੂੰ ਹੁਕਮ ਕੀਤਾ ਸੀ, ਮੈਂ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਇੱਥੇ ਆਇਆ ਹਾਂ ਤੇ ਮੈਂ ਆਖਰੀ ਦਮ ਤੱਕ ਆਪਣੀ ਜਿਹੜੀ ਹੈ ਇਹ ਸੇਵਾ ਨਿਭਾਉਂਦਾ ਰਹਾਂਗਾ। ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਸ ਵੇਲੇ ਸ਼ਹਾਦਤ ਹੋ ਗਈ, ਆਪ ਸਾਰੀ ਡਿਟੇਲ ਜਾਣਦੇ ਹੋ ਕਿ ਕਿਵੇਂ ਉਹਨਾਂ ਨੂੰ ਦਿੱਲੀ ਦੇ ਵਿੱਚ 700 ਤੋਂ ਵੱਧ ਜਿਹੜੇ ਹਨ ਸਿੰਘ ਉਹ ਨਾਲ ਲੈ ਕਰਕੇ, ਔਰ ਗੱਡੇ ਜਿਹੜੇ ਸਨ ਉਹਨਾਂ ਦੀਆਂ ਜਿਹੜੀਆਂ ਸਿੰਘਾਂ ਦੀਆਂ ਖੋਪੜੀਆਂ ਸਨ ਜਿਹੜੇ ਰਸਤੇ 'ਚ ਉਹਨਾਂ ਨੇ ਮਾਰੇ ਸਨ, ਉਹਨਾਂ ਨੂੰ ਲੈ ਕਰਕੇ ਮਰੋਲੀ ਵਿਖੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਤੋ ਇੱਥੇ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਸ ਵੇਲੇ ਸ਼ਹੀਦ ਕੀਤਾ ਗਿਆ ਤਾਂ ਉਹਨਾਂ ਦੇ ਨਾਲ ਜਿਹੜੇ ਸਿੰਘ ਵੀ ਸ਼ਹੀਦ ਕੀਤੇ ਗਏ, ਕਿਸੇ ਨੇ ਵੀ ਜਿਹੜੀ ਹੈ ਇਹ ਨਹੀਂ ਮੰਨੀ, ਔਰ ਬਾਬਾ ਜੀ ਨੇ ਵੀ ਬੜੀ ਦਲੇਰੀ ਦਾ ਜਿਹੜਾ ਹੈ ਉਹ ਪਰਚਾਵਾ ਦਿੱਤਾ ਉਸ ਵਕਤ, ਔਰ ਦ੍ਰਿੜ ਰਹਿ ਕਰਕੇ
उन्होंने सिख सिदक जड़ा है वो निभाया और इस्लाम धर्म को कबूल नहीं किया, ना किसी तरीके के लोग प्रबोधन विच आए। ये ਜਿਹੜੇ जिस ਵੇਲੇ ਅਸੀਂ ਦੇਖਦੇ ਹਾਂ कि बाबा बंदा सिंह बहादुर ਦੀ ਸ਼ਹਾਦਤ ਤੋਂ ਬਾਅਦ 1716 ਦੇ ਵਿੱਚ, ਉਸ ਤੋਂ 2 ਸਾਲ ਦੇ ਬਾਅਦ ਹੀ ਜਿਹੜਾ ਫਰੁਖਸੀਅਰ ਹੈ ਉਸ ਨੂੰ ਸੈयद ਭਰਾ ਜਿਹੜੇ ਸਨ ਉਹਨਾਂ ਨੇ ਅੰਨ੍ਹਿਆ ਕਰ ਦਿੱਤਾ ਔਰ ਅੰਨ੍ਹਿਆ ਕਰਕੇ ਉਸ ਨੂੰ ਮਾਰ ਦਿੱਤਾ। ਉਸ ਦੇ ਮਾਰਨ ਤੋਂ ਬਾਅਦ ਬੜਾ ਇੱਕ ਖਲਾ ਜਿਹੜਾ ਹੈ ਉਹ ਕਨਫਿਊਜ਼ਨ ਕ੍ਰੀਏਟ ਹੋ ਗਿਆ ਕਿ ਹੁਣ ਦਿੱਲੀ ਦੇ ਤਖਤ ਤੇ ਕੌਣ ਬੈਠੇਗਾ। तो इस दे नाल ही ਜਿਹੜੇ ਲਾਹੌਰ ਦੇ ਸੂਬੇਦਾਰ ਸਨ, ਦੂਜੇ ਜਿਹੜੇ ਸੂਬੇਦਾਰ ਜਿਹੜੇ ਬਾਬਾ ਜੀ ਦੇ ਪਿੱਛੇ ਇਕੱਠੇ ਹੋ ਕਰਕੇ ਲੜਾਈ ਕਰ ਰਹੇ ਸਨ, ਉਹ ਸਾਰੇ ਜਿਹੜੇ ਇੱਕਦਮ ਪਿੱਛੇ ਹਟ ਗਏ। ਤੇ ਦੋ ਕੁ ਸਾਲ ਜਿਹੜੀ ਇਹ ਗੱਲ ਇਸ ਤਰ੍ਹਾਂ ਰਹੀ। ਉਸ ਤੋਂ ਬਾਅਦ ਮੁਹੰਮਦ ਸ਼ਾਹ ਰੰਗੀਲਾ ਜਿਹੜਾ ਹੈ ਉਹ ਤਖਤ ਦੇ ਉੱਪਰ ਬੈਠਾ ਔਰ ਉਸਨੇ ਕੋਈ ਖਾਸ ਤਵੱਜੋ ਨਹੀਂ ਦਿੱਤੀ ਇਸ ਤਰੀਕੇ ਇਸ ਪਾਸੇ ਵੱਲ ਸਿੱਖਾਂ ਦੇ ਪਿੱਛੇ ਕੋਈ ਲੜਾਈ ਕਰਨ ਵਾਸਤੇ ਜਾਂ ਉਹਨਾਂ ਨੂੰ ਦਬਾਅ ਪਾਉਣ ਵਾਸਤੇ। तो ਇਹ ਹੁਣ ਗੱਲ ਨਿਕਲਦੀ ਹੈ ਕਿ 1719 ਦੇ ਕਰੀਬ ਜਿਹੜੀ ਹੈ ਇਹ ਗੱਲ ਘਟਨਾ ਜਿਹੜੀ ਹੁਣ ਪਹੁੰਚ ਜਾਂਦੀ ਹੈ ਔਰ ਇਤਿਹਾਸ ਇਹ ਦੱਸਦਾ ਹੈ ਕਿ 1722 ਤੱਕ ਕੋਈ ਵੀ ਕਿਸੇ ਤਰੀਕੇ ਦਾ ਕਿਸੇ ਇਤਿਹਾਸ ਵਿੱਚ ਵੀ ਜਾਂ ਜਿਹੜੀ ਅਖਬਾਰਾਂ ਤੇ ਦਰਬਾਰੇ ਮੁਹੱਲਾ ਦੇ ਵਿੱਚ ਵੀ ਇਸ ਦਾ ਕੋਈ ਜ਼ਿਕਰ ਨਹੀਂ ਮਿਲਦਾ ਹੈ ਕਿ ਉਹ ਤਤ ਖਾਲਸਾ ਜਾਂ ਬੰਦਾ ਹੀ ਖਾਲਸਾ ਕੋਈ ਗਰੁੱਪ ਜਾਂ ਕਨਫਿਊਜ਼ਨ ਸੀਗਾ। ਉਸ ਵੇਲੇ ਇੱਕ ਸਿੰਘ ਜਿਹੜਾ ਹੈ जिसनों अमर सिंह कंबोज खेमकरण वाला कहा जाता है, वो शख्स है जिसने कि बाबा बंदा सिंह बहादुर की जो महरौली के अंदर शहादत होती है उस रात उत्थे पहुंच के जी लाल पगड़ी उन्होंने बाबा जी को पहनाई सी मुगलों ने उन्हों का मजाक उड़ाने वास्ते, उन्हों की देह के जोड़े टुकड़े जोड़े इकट्ठे करके उन्होंने टोडे के टांडा जड़ा जिथे बाबा बंदा सिंह बहादुर जी का स्थान सीगा जम्मू के अंदर उत्थे ले जा करके माता साहब को जोड़े बाबा बंदा सिंह बहादुर जी के सपत्नी सन उन्होंने कोल पेश किया तो उत्थे संस्कार करके ते उन्हों की अस्थि जोड़े सन उन्होंने राख सीगी वो उत्थे उन्होंने रखी। तो ये वो शख्स सीगा जिन्हें 1723 के अंदर दरबार साहब दे विच आ करके एक कन्फ्यूजन क्रिएट किया कि बाबा बंदा सिंह बहादुर जिहड़े उन्होंने गुरु गोबिंद सिंह जी ने 11वां गुरु जिहड़ा स्थापित किया और इस करके सानू बाबा बंदा सिंह बहादुर नूं गुरु मनना चाहिए। लेकिन जिहड़े उत्थे कुछ गुरु घर दे गुरु ग्रंथ साहब दे सिख सन जिहड़े उस गुरु ग्रंथ साहब नूं गुरु मनदे सन उन्होंने इसका विरोध किया और उस दे नाल जो अमर सिंह जी का मैं हुणे जिक्र किया वो ये भी कहन लगा कि सानू जिहड़ा है वो शाकाहारी भोजन करना चाहिए है ते सानू लाल कपड़े पगड़ियां पाणियां चाहिए ने, सानू दूजे वेश नहीं धारण करने चाहिए। तो इस कन्फ्यूजन दे विच माता सुंदर कौर जी ने इतिहास में जिक्र होता है कि उन्होंने बाबा भाई मनी सिंह जी को यह सुनेहा भेजा कि तुसी सियाणे हो तो तुसी इस मसले को जरा हल करो। तो भाई मनी सिंह जी ने दोनों धड़ियां को बुला करके उन्होंने समझाने की बड़ी कोशिश की, लेकिन वो बड़े वजिद रहे। आखिर यह फैसला होया कि पर्चियां पा करके इसका फैसला किया जाए। एक जोड़े भाई अमर सिंह जोड़े कंबोज सन खेमकरण वाले एक वाहिगुरु जी की फतेह नहीं सन बुलाते, ये फतेह दर्शन बुलाते सन। इसका भी कन्फ्यूजन उन्होंने क्रिएट किया होया। उन्होंने कहा भी 2 पर्चियां पा लो, एक पर्ची के उपर फतेह दर्शन लिख देता, दूजे उपर वाहिगुरु जी का खालसा वाहिगुरु जी की फतेह लिख दी। तो वो जो उसनों सरोवर के जिते हरकी पैड़ी है जिथे लोग चूल्हा लेंदे ने उत्थे जा करके तार दिता। तो जी वाहिगुरु जी का खालसा वाहिगुरु जी की फतेह वाली पर्ची सी वो तर गई। तो उन्होंने कहा भी फिर हुण तुसीं उहनूं मनो। लेकिन भाई अमर सिंह जी के धड़े के जोड़े लोग सन उन्होंने मना करता कि असी इसनूं नहीं मनते, असी अपनी गल के उपर वजिद हां। फिर उन्होंने भाई लाहौरा सिंह जोड़े बंदा जो अमर सिंह के साथी सन उन्होंने नाल लिया, उन्होंने होर एक तरीका समझाया कि चलो घोल कर लेने, जिहड़ा जिहड़ा पहलवान जिहड़ा जित गया दूसरी उस गल नूं मन लेगा। हालांकि कोई नहीं पाया गल नहीं मनी जाती हैगी मसलियां नूं हल करदी, लेकिन इतिहास के जिथे जिक्र होंदा उस दे विच यही गल हैगी जिहदे रैफरेंस दे विच असी शहीद बिलास जिहड़ी ज्ञानी गर्जा सिंह होरां ने लिखी है किताब उहदा जिक्र असी 82 पन्ने दे उपर कर सकते हैं कि उन्होंने इस घटना का जिहड़ा जिक्र किया है। तो जिस वेले वो घोल होया तो उस घोल दे विच जिहड़े बंदा सिंह जिहड़े जिहड़े भाई अमर सिंह जी के साथी सीगे उन्हों का जिहड़ा संगत सिंह सीगा वो ढह गया ते बाबा मीर सिंह जिहड़े सन वो जित गए। तो इस गल नूं फिर भाई मनी सिंह जी ने कहा कि हुण तुसीं जिहड़ी है ये पूरी वाहिगुरू जी का खालसा वाहिगुरू जी की फतेह बुलानी शुरू करो। तो हुण तुसीं मतलब किसी तरीके का भी
कोई नहीं करोगे तो ये लाल जड़े दस्तारे छड़ के तुसी नीले दस्तारे जड़े पहनोगे। तो उस वेले ये सारी गल जी सुलह हो गई। जिथे तक हुण दी प्रेजेंट की गल हैगी है, बंदा बहादुर दी नां दी जी संप्रदा है वो हाली भी चल रही है, और उन्होंने बंदा बहादुर की गद्दी एक तरीके की चलती पई है, जिदे हुण भी जड़े हैं बाबे हैं वो हैं। तो उस तरह ही बाबा बंदा सिंह बहादुर के बारे भी कई गल्लां करते हैं कि धन धन बाबा बंदा बहादुर, जय सिमरो ते हाजर नाजर, तो इहो जी गल्लां करते हैं। लेकिन उन्होंने बहुते जड़े ने या जम्मू साइड के कुछ हैगे ने, तो या हरियाणे के ने, और जड़े हैं वो दिल्ली भी कुछ हैं, पंजाब भी ये संस्था जी है ये हैं चल रहे हैं। लेकिन बहुते सिंह जड़े हैं वो श्री गुरु ग्रंथ साहब जी को अपना जरा गुरु मनते हैं। लेकिन ये असी बंदई या तत् खालसा कह दईए, ये तो बाहर जी बाहर की काढ़ है किसी ने जिन्होंने बंदई खालसा ते तत् खालसा करता है। असल में गुरु के सच्चे सिख गुरु ग्रंथ साहब के सिख हैं, और जोड़े गुरु ग्रंथ साहब को नहीं मनते है वो फिर गुरु ग्रंथ साहब के सिख नहीं, वो किसी बाबे के डेरे के किसी के सिख हो सकते हैं। इन्नी कोई जानकारी आपने शेयर की है। वाहिगुरू जी का खालसा, वाहिगुरू जी की फतेह। वाहिगुरू जी की फतेह। इंटरनेट की थोड़ी जी कुछ प्रॉब्लम आ रही सी, ਉਹਦੇ ਲਈ क्षमा मंगते हैं जी, पर गल बन गई है। वीर जी ने बड़ा डिटेल्ड उत्तर दिता साध संगत जी कि बंदेई खालसा ते तत् खालसा बारे। मैं बेनती कर दिया कि हरे जिहड़ा इतिहास है ये बड़ा जरूरी है सानू साम के रखना, क्योंकि जिहड़ा साडा फ्यूचर है वो साडे पास्ट हिस्टरी ते डिपेंड करता। तो इनू पर दूजी गल ये भी है कि क्योंकि सिख कौम में सतगुरु की कृपा नाल दो गल्लां बड़ियां जबरदस्त ने जिहड़ियां शायद बाकी कौमां च नहीं। एक तो परोपकार ते दूजा बहादरी, जिहदे ते रिजल्ट शहीदियां निकलदा। तो जिन्नियां शहीदियां या बहादरी के कारनामे या परोपकार के कारनामे गुरु नानक के मत विच होए ने, वो दूजियां च अजे भी नहीं, मतलब उतरने नहीं। ਇਹਦਾ मतलब ਇਹ पर यही कारण है कि ਜਿਹੜੀ चीज़ ਵਧੀਆ ਹੋਵੇ ਉਹਦੇ 'ਚ ਮਿਲਾਵਟ ਹੁੰਦੀ ਹੈ, ਤੇ ਸਾਡੇ ਇਤਿਹਾਸ ਦੇ ਵਿੱਚ ਹਰ ਸਮੇਂ ਮਿਲਾਵਟ ਕਰਨ ਦਾ ਯਤਨ ਕੀਤਾ ਗਿਆ। तो सानू जागरूक रहना चाहिए कि साडा इतिहास की है, और कसवट्टी जिहड़ी है वो गुरबाणी और साडी मर्यादा होनी चाहिए। तो इस करके हर सिख जिहड़ा वो जागरूक होवे इतिहास बारे, आपां इतिहास पढ़ीए, क्योंकि हुण तां जिहड़ा सोशल मीडिया का जमाना आ गया, ਇਹਦੇ ਤੇ ਜਿਹੜਾ ਕੋਈ ਦਿਲ ਕਰਦਾ ਚੀਜ਼ ਲਿਖ ਕੇ ਪਾਈ ਜਾਂਦਾ। तो ਉਹਨੂੰ ਪੜ੍ਹਨ ਲੱਗਿਆਂ ਬਿਲਕੁਲ ਧਿਆਨ ਨਾਲ ਸਾਨੂੰ ਸੋਚਣਾ ਚਾਹੀਦਾ ਵੀ ਰਾਈਟਰ ਕੌਣ ਹੈ, ਔਰ ਉਹਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਨੇ ਉਹ ਆਇਆ ਅਥੈਂਟਿਕ ਹਨ ਜਾਂ ਨਹੀਂ। ਬੜਾ ਸਾਨੂੰ ਇਹਦੇ ਬਾਰੇ ਧਿਆਨ ਦੇਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। तो ठीक है, ਮੈਨੂੰ खुशी है भी संगत च बड़ी जागरूकता है। ਹੁਣ ਵੀ ਸਾਹ ਜਸਵੀਰ ਸਿੰਘ ਜੀ ਨੇ ਗਰੁੱਪ ਚੈਟ 'ਚ ਲਿਖਿਆ ਵੀ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਕੁਛ ਨਿਸ਼ਾਨੀਆਂ ਨੇ ਤਿੱਬਤ ਔਰ ਚਾਈਨਾ 'ਚ ਮਿਲਦੀਆਂ ਨੇ, ਵੀ ਦੱਸੋ ਵੀ ਉੱਥੇ ਵੀ ਇਹ ਗਏ ਸਨ ਗੁਰੂ ਸਾਹਿਬ ਜੀ। ਤੇ ਪ੍ਰਿੰਸੀਪਲ ਸਾਹਿਬ ਦੇ ਜਿਹੜਾ ਉੱਤਰ ਦਿੱਤਾ ਸੀ ਉਹਦੇ ਸੰਬੰਧ ਵਿੱਚ ਲਿਖਿਆ। ਤੇ ਉਹਨਾਂ ਦਾ ਧੰਨਵਾਦ ਜੀ, ਤੁਹਾਡਾ ਕੁਐਸਚਨ ਨੋਟ ਕਰ ਲਿਆ ਗਿਆ, ਔਰ ਕੋਸ਼ਿਸ਼ ਕਰਾਂਗੇ ਵੀ ਅਗਲੇ ਜਿਹੜਾ ਸੈਸ਼ਨ ਹੋਏਗਾ ਉਹਦੇ 'ਚ ਇਹਦਾ ਉੱਤਰ ਦਿੱਤਾ ਜਾਏ। ਪਰ ਮੈਂ ਫਿਰ ਰਿਪੀਟ ਕਰਦੇ ਹਾਂ ਕਿ ਜਾਗਰੂਕ ਹੋਣਾ ਜ਼ਰੂਰੀ ਹੈ, ਜਿਵੇਂ ਹੁਣ ਵੀਰ ਜੀ ਨੇ ਪਾਇਆ। ਹੋਰ ਗਰੁੱਪ ਚੈਟ ਵਿੱਚ ਲਿਖਿਆ, ਮੈਂ ਜਿਸ ਵੇਲੇ ਬੇਨਤੀ ਕੀਤੀ ਸੀ ਬਈ ਅਸੀਂ ਹੁਣ 3 ਕਰੋੜ ਵੀ ਨਹੀਂ ਹੈਗੇ ਤੇ ਜਦ ਕਿ 300 ਕਰੋੜ ਹੋਣੇ ਚਾਹੀਦੇ ਸੀ, ਤਾਂ ਉਹਨਾਂ ਨੇ ਇੱਕ ਬੜੀ ਵਧੀਆ ਇਨਪੁਟ ਆਈ ਹੈ ਵੀ ਸਿਕਲੀਗਰ ਵਣਜਾਰੇ ਜਿਹੜੇ ਸਿੱਖ ਨੇ ਉਹਨਾਂ ਦੀ ਗਿਣਤੀ ਸਾਧ ਸੰਗਤ ਜੀ 8 ਤੋਂ 10 ਕਰੋੜ ਦੱਸੀ ਜਾਂਦੀ ਹੈ। ਤੇ ਇਹ ਕੀ ਦੱਸਦੀ ਹੈ ਕਿ ਸਿੱਖ ਕੌਮ ਦੀ ਸਾਡੀ ਇਹ ਸਮਝੋ ਵੀ ਆਪਾਂ ਕਹਾਂਗੇ ਲੇਜ਼ੀਨੈਸ ਕਹੋ, ਅਸੀਂ ਨੈਗਲੈਕਟ ਕੀਤਾ, ਅਸੀਂ ਆਪਣੇ ਫਰਜ਼ ਨੂੰ ਪੂਰਾ ਨਹੀਂ ਕੀਤਾ ਕਿ ਐਡੀ ਵੱਡੀ ਗਿਣਤੀ ਜਿਹੜੀ ਹੈ ਉਹਨਾਂ ਨੂੰ ਅਸੀਂ ਉਹਨਾਂ ਦਾ ਧਿਆਨ ਨਹੀਂ ਦਿੱਤਾ, ਨਾ ਸਾਡੀਆਂ ਸੰਸਥਾਵਾਂ ਨੇ ਦਿੱਤਾ। ਹੁਣ ਕੁਝ ਪਿਛਲੇ ਸਮੇਂ ਤੋਂ ਕੋਈ 15-20 ਸਾਲ ਤੋਂ ਥੋੜੀ ਜਿਹੀ ਜਾਗਰੂਕਤਾ ਆਈ ਹੈ, ਤੇ ਉਹਦੇ ਬਾਰੇ ਕੁਝ ਲੇਖ ਲਿਖੇ ਗਏ, ਕੁਝ ਕਿਤਾਬ ਲਿਖੀ ਗਈ, ਔਰ ਕੁਝ ਆਪਣਾ ਸਿੱਖ ਸੰਸਥਾਵਾਂ ਨੇ ਕੋਸ਼ਿਸ਼ ਕਰ ਰਹੀਆਂ ਨੇ, ਪਰ ਜਿੰਨੀ ਵੱਡੀ ਉਹਨਾਂ ਦੀ ਗਿਣਤੀ ਹੈ ਉਹਦੇ ਮੁਤਾਬਕ ਉਹ ਕੋਸ਼ਿਸ਼ ਬੜੀ ਛੋਟੀ ਹੈ। ਤਾਂ ਲੋੜ ਤਾਂ ਇਹ ਹੈ ਕਿ ਜਿਹੜੀਆਂ ਸਾਡੀਆਂ ਮੁੱਖ ਸੰਸਥਾਵਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹ ਇਹਨਾਂ ਸਾਰੀ ਚੀਜ਼ਾਂ ਵੱਲ ਧਿਆਨ ਦੇਣ ਵੀ ਇਹ ਜਿਹੜੇ ਸਿੱਖ ਨੇ ਸਿਕਲੀਗਰ ਵਣਜਾਰੇ, ਜਿਨ੍ਹਾਂ ਬਾਰੇ ਇਹ ਇਤਿਹਾਸ ਮਿਲਦਾ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਉਹ ਸ਼ਸਤਰ ਬਣਾ ਕੇ ਉਹਨਾਂ ਨੂੰ ਦਿੰਦੇ ਸੀ, ਔਰ ਬਿਲਕੁਲ ਉਹਨਾਂ ਸਿਕਲੀਗਰ ਵਣਜਾਰਿਆਂ 'ਚ ਇੰਨੀਆਂ ਕੁਰਬਾਨੀਆਂ ਹੋਈਆਂ ਨੇ ਕਿ ਆਪਾਂ ਜੇ ਗਿਣੀਏ ਤਾਂ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਮੈਂ ਅੱਗੇ ਜ਼ਿਆਦਾ ਡਿਟੇਲ 'ਚ ਨਹੀਂ ਜਾਂਦਾ ਵੀ ਬਾਬਾ ਮਨੀ ਸਿੰਘ ਜੀ ਵੀ ਜੇ ਲਓਗੇ ਤਾਂ ਉਸੇ ਕਬੀਲੇ ਨਾਲ ਸੰਬੰਧ ਰੱਖਦੇ ਸਨ, ਤੇ ਕਿੰਨੀ ਮਾੜੀ ਗੱਲ ਹੈ ਵੀ ਅਸੀਂ ਉਹਨਾਂ ਨੂੰ ਸੰਭਾਲ ਨਹੀਂ ਸਕੇ। ਤੇ ਵੀਰ ਜੀ ਆਪ ਜੀ ਦਾ ਧੰਨਵਾਦ, ਤੁਸੀਂ ਇਨਪੁਟ ਦਿੱਤੀ ਹੈ, ਤਾਂ ਇਹਦੇ ਬਾਰੇ ਵੀ ਕੁਝ ਵਿਚਾਰ ਕੀਤੀ ਜਾਏਗੀ
ਇਹਦੇ ਬਾਰੇ ਹੋਰ ਕਰਕੇ ਆਪਾਂ ਕਿਸੇ ਸੈਸ਼ਨ ਤੁਹਾਡੇ ਨਾਲ ਇਹਦੇ ਬਾਰੇ ਸੰਬੰਧ ਕਰਾਂਗੇ। ਧੰਨਵਾਦ ਜੀ ਵੀਰ ਤਜਿੰਦਰ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ।